ਹੈਲੋ 8th ਕਲਾਸ ਚੈਪਟਰ 16th ਲਾਈਟ ਅਸੀਂ ਸਟੱਡੀ ਕਰ ਰਹੇ ਹਾਂ। ਲਾਈਟ ਬਾਰੇ ਪੜ੍ਹ ਰਹੇ ਹਾਂ। ਲਾਈਟ ਕੀ ਹੁੰਦੀ ਆ? ਲਾਈਟ ਐਂਡ ਰਿਫਲੈਕਸ਼ਨ। ਅਸੀਂ ਪਿਛਲੀ ਕਲਾਸ ਵਿੱਚ ਅਸੀਂ ਰਿਫਲੈਕਸ਼ਨ ਬਾਰੇ ਪੜ੍ਹਿਆ ਸੀ ਕਿ ਰਿਫਲੈਕਸ਼ਨ ਕੀ ਹੁੰਦੀ ਹੈ ਕਿ ਜਦੋਂ ਵੀ ਕਿਸੇ ਬਾਡੀ ਉੱਪਰ ਲਾਈਟ ਸਟਰਾਈਕ ਕਰਦੀ ਆ ਅਤੇ ਉਹ ਬਾਊਂਸ ਬੈਕ ਹੋ ਜਾਂਦੀ ਆ, ਉਹਦੇ ਨਾਲ ਟਕਰਾ ਕੇ ਵਾਪਸ ਆ ਜਾਂਦੀ ਆ, ਉਹਨੂੰ ਬੋਲਦੇ ਰਿਫਲੈਕਸ਼ਨ। ਅਸੀਂ ਮਿਰਰਸ ਦੀ ਰਿਫਲੈਕਸ਼ਨ ਦੇਖੀ ਸੀ। ਹੁਣ ਅਸੀਂ ਅੱਜ ਜਿਹੜਾ ਟੋਪਿਕ ਦੇਖਣਾ ਇਹ ਮਿਰਰਸ ਨਾਲ ਰਿਲੇਟਡ ਦੇਖਣਾ ਵਾ। ਉਸ ਵਿੱਚ ਆਉਣਾ ਰੈਗੂਲਰ ਐਂਡ ਡਿਫਿਊਜ਼ਡ ਰਿਫਲੈਕਸ਼ਨ। ਰੈਗੂਲਰ ਐਂਡ ਡਿਫਿਊਜ਼ਡ ਰਿਫਲੈਕਸ਼ਨ। ਰੈਗੂਲਰ ਰਿਫਲੈਕਸ਼ਨ ਕਦੋਂ ਹੋਏਗੀ? ਜਦੋਂ ਮੰਨ ਲਓ ਕਿ ਪਲੇਨ ਮਿਰਰ ਆ, ਬਿਲਕੁਲ ਇਹਦੀ ਸਰਫੇਸ ਸਮੂਥ ਆ, ਦੋ ਪੈਰਲਲ ਰੇਜ਼ ਆਫ ਲਾਈਟ ਆਈਆਂ, ਸਟਰਾਈਕ ਕੀਤੀਆਂ, ਦੋ ਆਈਆਂ ਵੀ ਪੈਰਲਲ ਅਤੇ ਰਿਫਲੈਕਟ ਹੋ ਕੇ ਜਦੋਂ ਜਾਣਾ ਉਹ ਵੀ ਪੈਰਲਲ ਹੀ ਹੋਣਗੀਆਂ ਆਪਸ 'ਚ। ਇਹ ਹੋ ਗਈ ਰੈਗੂਲਰ ਰਿਫਲੈਕਸ਼ਨ। ਅਤੇ ਡਿਫਿਊਜ਼ਡ ਰਿਫਲੈਕਸ਼ਨ ਕਿਹਨੂੰ ਬੋਲਦੇ? ਜਦੋਂ ਸਾਡੀ ਸਰਫੇਸ ਜਿਹੜੀ ਮਿਰਰ ਦੀ ਸਰਫੇਸ ਆ ਜਾਂ ਜਿਹੜੀ ਵੀ ਸਰਫੇਸ ਦੇ ਉੱਪਰ ਲਾਈਟ ਸਟਰਾਈਕ ਕੀਤੀ ਆ ਉਹ ਰੈਗੂਲਰ ਨਹੀਂ ਆ, ਇਰੈਗੂਲਰ ਆ। ਇਰੈਗੂਲਰ ਮਤਲਬ ਸਮੂਥ ਨਹੀਂ ਆ, ਰਫ ਆ, ਉੱਚੀ ਨੀਵੀਂ ਆ, ਟੇਢੀ ਮੇਢੀ ਆ, ਜੋ ਵੀ। ਉਹਦੇ ਉੱਪਰ ਜਦੋਂ ਲਾਈਟ ਪਏਗੀ ਆਏਗੀ ਸਾਡੀ ਪੈਰਲਲ, ਜਦੋਂ ਉੱਤੇ ਪਏਗੀ ਸਟਰਾਈਕ ਇੱਕ ਇਸ ਡਾਇਰੈਕਸ਼ਨ ਨੂੰ ਜਾਏਗੀ, ਇੱਕ ਇਸ ਡਾਇਰੈਕਸ਼ਨ ਨੂੰ ਜਾਏਗੀ, ਪੈਰਲਲ ਨਹੀਂ ਹੋਣਗੀਆਂ ਲਾਈਟ ਦੀਆਂ ਰੇਜ਼ ਜਿਹੜੀਆਂ ਰਿਫਲੈਕਟ ਹੋ ਕੇ ਜਾ ਰਹੀਆਂ। ਇਹਨੂੰ ਬੋਲਦੇ ਡਿਫਿਊਜ਼ਡ ਰਿਫਲੈਕਸ਼ਨ। ਨੈਕਸਟ ਅਸੀਂ ਦੇਖਣਾ ਕਿ ਇਮੇਜ ਫਾਰਮਡ ਬਾਏ ਏ ਪਲੇਨ ਮਿਰਰ। ਪਲੇਨ ਮਿਰਰ ਜਿਹੜਾ ਅਸੀਂ ਘਰਾਂ ਵਿੱਚ ਯੂਜ਼ ਕਰਦੇ ਹਾਂ, ਸਿੰਪਲ ਐਗਜ਼ਾਮਪਲ ਜਿਨ੍ਹਾਂ ਵਿੱਚ ਅਸੀਂ ਵੇਖ ਕੇ ਆਪਣੀ ਪੱਗ ਬੰਨ੍ਹਦੇ ਹਾਂ ਜਾਂ ਅਸੀਂ ਆਪ ਨੂੰ ਵੇਖ ਕੇ ਤਿਆਰ ਹੁੰਦੇ ਹਾਂ, ਉਹਨੂੰ ਪਲੇਨ ਮਿਰਰ ਬੋਲਦੇ ਆ। ਹੁਣ ਪਲੇਨ ਮਿਰਰ ਅਸੀਂ ਕਿੱਥੇ ਯੂਜ਼ ਕਰਦੇ ਹਾਂ? ਆਪਾਂ ਦੇਖਣਾ ਕਿ ਇਹਦੇ ਵਿੱਚ ਇਮੇਜ ਮੰਨ ਲਓ ਆਪਾਂ ਪਲੇਨ ਮਿਰਰ ਦੇ ਸਾਹਮਣੇ ਜਾ ਕੇ ਖਲੋਤੇ ਹਾਂ ਅਤੇ ਸਾਡੀ ਇਮੇਜ ਬਣ ਰਹੀ, ਸਾਡੀ ਇੱਕ ਫੋਟੋ ਉਹਦੇ ਵਿੱਚ ਜਿਹੜੀ ਉਹ ਪ੍ਰੋਡਿਊਸ ਹੋਈ ਆ, ਬਣੀ ਆ। ਹੁਣ ਉਹਦੀ ਇੱਕ ਪ੍ਰੋਪਰਟੀਜ਼ ਕੀ ਹੋਣਗੀਆਂ? ਪਲੇਨ ਮਿਰਰ ਇਮੇਜ ਕਿੱਦਾਂ ਫੋਰਮ ਕਰਦਾ? ਸਭ ਤੋਂ ਪਹਿਲਾਂ ਇਮੇਜ ਫੋਰਮਡ ਇਜ਼ ਬਿਹਾਇੰਡ ਦਾ ਮਿਰਰ। ਆਪਾਂ ਮਿਰਰ ਦੇ ਇਸ ਸਾਈਡ 'ਤੇ ਖਲੋਤੇ ਹਾਂ ਅਤੇ ਜਿਹੜੀ ਇਮੇਜ ਬਣ ਗਈ ਉਹ ਮਿਰਰ ਦੇ ਦੂਸਰੀ ਸਾਈਡ 'ਤੇ ਬਣੇਗੀ। ਹੁਣ ਕਿ ਇਹ ਜਿਹੜੀ ਆ ਇਹਨੂੰ ਅਸੀਂ ਕਿਸੇ ਸਕਰੀਨ ਦੇ ਉੱਪਰ ਜਿਹੜੀ ਸਾਡੀ ਇਮੇਜ ਉਹਦੇ ਉੱਤੇ ਬਣ ਰਹੀ ਹੈ ਮਿਰਰ ਦੇ ਉੱਪਰ, ਇਹਨੂੰ ਕਿਸੇ ਸਕਰੀਨ ਦੇ ਉੱਪਰ ਨਹੀਂ ਅਸੀਂ ਲੈ ਸਕਦੇ। ਫਿਰ ਕਿ ਸਾਡਾ ਇੱਕ ਆਪਾਂ ਦੇਖਿਆ ਹੋਣਾ ਕਿ ਸਾਈਜ਼ ਸੇਮ ਰਹਿੰਦਾ, ਜਿੰਨਾ ਸਾਈਜ਼ ਕਿਸੇ ਚੀਜ਼ ਦਾ ਮਿਰਰ ਦੇ ਇਸ ਪਾਸੇ ਆ ਸਾਹਮਣੇ ਅਤੇ ਉਹਦੀ ਇਮੇਜ ਵੀ ਉਨੇ ਸਾਈਜ਼ ਦੀ ਹੀ ਬਣੇਗੀ, ਨਾ ਕਿ ਛੋਟੀ ਜਾਂ ਵੱਡੀ। ਆਪਾਂ ਜਿੰਨੇ ਆ ਸਾਨੂੰ ਮਿਰਰ ਵਿੱਚ ਵੀ ਉਨੇ ਹੀ ਲੱਗਾਂਗੇ ਪਲੇਨ ਮਿਰਰ ਦੇ ਅੰਦਰ। ਇੱਕ ਦੂਸਰਾ ਕਿ ਇਨਵਰਟਡ ਉਲਟੀ ਇਮੇਜ ਨਹੀਂ ਬਣਦੀ ਕਿ ਆਪਾਂ ਨੀਚੇ ਖਲੋਤੇ ਹਾਂ ਅਤੇ ਸਾਡੇ ਸਿਰ ਨੀਚੇ ਹੋ ਜਾਏ ਅਤੇ ਪੈਰ ਇੱਦਾਂ ਕਿਸੇ ਦੂਜੀਆਂ ਚੀਜ਼ਾਂ ਵਿੱਚ ਬਣ ਜਾਂਦੀ ਹੈ, ਇਹਦੇ ਵਿੱਚ ਨਹੀਂ ਬਣਦੀ, ਇਰੈਕਟ ਬਣਦੀ ਆ, ਉਲਟੀ ਬਣਦੀ ਆ। ਜਾਂ ਫਿਰ ਇਹਨੂੰ ਬੋਲ ਸਕਦੇ ਹਾਂ ਕਿ ਲੇਟਰਲੀ ਇਨਵਰਟਡ, ਕਿ ਸਾਡੀ ਜਿਹੜੀ ਰਾਈਟ ਸਾਈਡ ਉਹਦੀ ਇਮੇਜ ਦੀ ਲੈਫਟ ਸਾਈਡ ਬਣ ਜਾਂਦੀ ਹੈ। ਇਸ ਤਰ੍ਹਾਂ ਲੇਟਰਲੀ ਇਨਵਰਟਡ ਬੋਲਦੇ ਇਹਨੂੰ। ਉਸ ਤੋਂ ਬਾਅਦ ਕਿ ਆਪਾਂ ਇੱਕ ਨੋਟ ਕੀਤੀ ਹੋਣੀ ਕਿ ਜਦੋਂ ਆਪਾਂ ਮਿਰਰ ਦੇ ਕਲੋਜ਼ ਜਾਂਦੇ ਹਾਂ ਤਾਂ ਇਮੇਜ ਵੀ ਸਾਡੇ ਕਲੋਜ਼ ਆ ਜਾਂਦੀ ਆ, ਅਤੇ ਆਪਾਂ ਜੇ ਦੂਰ ਜਾਂਦੇ ਹਾਂ ਤਾਂ ਇਮੇਜ ਵੀ ਉਹ ਸਾਡੇ ਤੋਂ ਦੂਰ ਚੱਲ ਜਾਂਦੀ ਹੈ। ਇੱਕ ਸਿੰਪਲ ਐਗਜ਼ਾਮਪਲ, ਇੱਕ ਮਿਰਰ ਆ, ਅਸੀਂ ਉਹਦੇ ਸਾਹਮਣੇ ਖਲੋਵਾਂਗੇ, ਜਿੰਨੀ ਦੂਰੀ ਸਾਡੀ ਮਿਰਰ ਤੋਂ ਹੋਏਗੀ ਉਨੀ ਹੀ ਦੂਰੀ ਮਿਰਰ ਤੋਂ ਉਹਦੀ ਸਾਡੀ ਜਿਹੜੀ ਇਮੇਜ ਫੋਰਮ ਹੋਈ ਹੈ ਉੱਥੇ ਤੱਕ ਵੀ ਸੇਮ ਹੀ ਸਾਡਾ ਡਿਸਟੈਂਸ ਹੋਏਗਾ। ਇਹ ਸੀ ਪ੍ਰੋਪਰਟੀਜ਼ ਜਿਹੜੀਆਂ ਅਸੀਂ ਇਮੇਜ ਫੋਰਮ ਹੁੰਦੀ ਹੈ ਜਦੋਂ ਕਿਸੇ ਪਲੇਨ ਮਿਰਰ ਦੇ ਅੰਦਰ, ਇਹ ਨੋਰਮਲ ਅਸੀਂ ਦੇਖਦੇ ਹਾਂ, ਇਹ ਸਾਨੂੰ ਪਤਾ ਹੀ ਹੈ। ਉਸ ਤੋਂ ਬਾਅਦ ਪਲੇਨ ਮਿਰਰਸ ਦੇ ਯੂਜ਼ ਕਿੱਥੇ ਹੈ? ਇਸ ਮਿਰਰ ਨੂੰ ਅਸੀਂ ਕਿੱਥੇ ਕਿੱਥੇ ਯੂਜ਼ ਕਰਦੇ ਹਾਂ? ਸਭ ਤੋਂ ਪਹਿਲਾਂ ਕਰਦੇ ਕਿ ਵਾਲ ਰਿਫਲੈਕਟਰਸ ਸਭ ਤੋਂ ਪਹਿਲਾਂ ਡੈਕੋਰੇਸ਼ਨ ਵਾਸਤੇ ਵਰਤੇ ਜਾਂਦੇ ਆ, ਜਾਂ ਫਿਰ ਇੱਕ ਸਾਈਡ ਤੋਂ ਦਿਖ ਜਾਂਦਾ ਵਾ ਅਤੇ ਉਹਦੇ ਵਾਸਤੇ ਡੈਕੋਰੇਸ਼ਨ ਵਾਸਤੇ ਵਰਤਦੇ ਹਾਂ, ਆਪਣੇ ਆਪ ਨੂੰ ਦੇਖਣ ਵਾਸਤੇ ਵਰਤਦੇ ਹਾਂ। ਜਾਂ ਫਿਰ ਸੀਇੰਗ ਅਰਾਊਂਡ ਦਾ ਕਾਰਨਰ, ਕਿ ਮੰਨ ਲਓ ਇੱਕ ਮੋੜ ਆ, ਆਪਾਂ ਸਿੱਧਾ ਜਾ ਰਹੇ ਹਾਂ, ਇਹਦੇ ਨਾਲ ਹੀ ਦੂਸਰੀ ਸਾਈਡ ਤੋਂ ਮੋੜ ਆ ਰਿਹਾ, ਸੜਕ ਆ ਰਹੀ ਆ, ਦੋਵੇਂ ਸਾਨੂੰ ਇਸ ਜਿਹੜੇ 'ਤੇ ਆਪਾਂ ਜਾ ਰਹੇ ਹਾਂ ਇਸ ਸਾਈਡ ਤੋਂ ਦੂਸਰੀ ਸੜਕ ਨਹੀਂ ਦਿਖ ਰਹੀ, ਪਰ ਉਸ ਜਿੱਥੇ ਦੋਵੇਂ ਸੜਕਾਂ ਜੁਆਇਨ ਹੁੰਦੀਆਂ ਵਾ ਉਹਦੀ ਕਾਰਨਰ 'ਤੇ ਇੱਕ ਪਲੇਨ ਮਿਰਰ ਲਾ ਦਿੱਤਾ ਜਾਂਦਾ ਵਾ। ਆਪਾਂ ਕੀ ਕਰ ਸਕਦੇ ਹਾਂ ਕਿ ਆਪਾਂ ਜਾ ਰਹੇ ਹਾਂ, ਆਪਾਂ ਪਲੇਨ ਮਿਰਰ 'ਚੋਂ ਦੇਖ ਸਕਦੇ ਹਾਂ ਕਿ ਸਾਡੀ ਉਲਟੀ ਸਾਈਡ ਤੋਂ ਜਿਹੜੀ ਦੂਜੀ ਸੜਕ 'ਚੋਂ ਕੋਈ ਆ ਤਾਂ ਨਹੀਂ ਰਿਹਾ। ਇੱਥੇ ਵੀ ਯੂਜ਼ ਹੁੰਦਾ ਵਾ ਡਰੈਸਿੰਗ ਮਿਰਰ, ਜਿਹਦੇ ਵਿੱਚ ਦੇਖ ਅਸੀਂ ਤਿਆਰ ਹੁੰਦੇ ਹਾਂ, ਉਹਨੂੰ ਡਰੈਸਿੰਗ ਮਿਰਰ ਉੱਥੇ ਯੂਜ਼ ਕੀਤਾ ਜਾਂਦਾ। ਅਤੇ ਫੋਰਥ ਬਹੁਤ ਇੰਪੋਰਟੈਂਟ, ਪੈਰੀਸਕੋਪ ਇੱਕ ਇੰਸਟਰੂਮੈਂਟ ਆ ਜਿਹਦੇ ਵਿੱਚ ਪਲੇਨ ਮਿਰਰਸ ਯੂਜ਼ ਹੁੰਦੇ ਆ। ਇਹ ਬਿਲਕੁਲ ਸਿੰਪਲ ਆ, ਕੁਝ ਇਹਦੇ ਵਿੱਚ ਮੁਸ਼ਕਿਲ ਨਹੀਂ ਹੈ। ਮੰਨ ਲਓ ਕਿ ਅਸੀਂ ਕਿਸੇ ਚੀਜ਼ ਨੂੰ ਵੇਖਣਾ ਚਾਹ ਰਹੇ ਹਾਂ, ਪਰ ਉਹਦੇ 'ਤੇ ਉਸ ਓਬਜੈਕਟ ਦੇ ਅਤੇ ਸਾਡੇ ਵਿਚਕਾਰ ਇੱਕ ਵਾਲ ਵਾ, ਕੰਧ ਆ ਗਈ ਹੈ ਉੱਚੀ ਜੀ।
ਅਸੀਂ ਫਿਰ ਉਹਨੂੰ ਕਿੱਦਾਂ ਵੇਖ ਸਕਦੇ ਹਾਂ? ਜਾਂ ਤਾਂ ਆਪਾਂ ਉੱਚਾ ਉੱਠ ਕੇ ਵੇਖ ਸਕਦੇ ਹਾਂ, ਚਲੋ ਉਹ ਤਾਂ ਹੋ ਗਿਆ। ਆਪਾਂ ਹੁਣ ਉੱਥੇ ਖਲੋਤੇ ਹੀ ਕਿੱਦਾਂ ਵੇਖ ਸਕਦੇ ਹਾਂ? ਕੰਧ ਦੇ ਉਹਲੇ ਹੀ। ਉਹਦੇ ਵਾਸਤੇ ਕੀ ਕਰਨਾ? ਇੱਕ ਸਿੰਪਲ ਆਪਰੇਟਸ ਆ, ਮੰਨ ਲਓ ਆਹ ਵਾਲ ਆ ਸਾਡੀ ਵਾਲ ਆ ਟਰੀ ਆ, ਅਸੀਂ ਇੱਥੇ ਖਲੋਤੇ ਹਾਂ, ਸਾਨੂੰ ਇੱਥੋਂ ਟਰੀ ਨਹੀਂ ਵਿਖੇਗਾ, ਇੱਥੋਂ ਸਾਨੂੰ ਵਾਲ ਵਿਖੇਗੀ। ਟਰੀ ਦੇ ਪਰਲੀ ਸਾਈਡ 'ਤੇ ਕਿੰਨੀ ਉੱਚੀ ਦੀਵਾਰ ਆ। ਅਸੀਂ ਕੀ ਕਰਾਂਗੇ? 2 ਮਿਰਰ ਯੂਜ਼ ਕਰਨੇ ਆ ਇੱਦਾਂ। ਇਹ ਸਾਡਾ ਆਪਰੇਟਸ ਹੋਏਗਾ ਟਿਊਬ ਵਰਗਾ। ਇੱਕ ਟਿਊਬ ਇੱਥੋਂ ਸਟਾਰਟ ਹੋਣੀ ਆ, ਇਸ ਤੋਂ ਲੈ ਕੇ ਇੱਥੇ ਤੱਕ ਆਹ ਟਿਊਬ ਆ, ਇਹਦੇ ਅੰਦਰ ਆਹ ਮਿਰਰ ਲਾਇਆ ਗਿਆ, ਇੱਕ ਪਲੇਨ ਮਿਰਰ ਇਸ ਤਰ੍ਹਾਂ ਕਰਕੇ 45 ਡਿਗਰੀ ਐਂਗਲ 'ਤੇ ਮਿਰਰ ਲਾਇਆ ਗਿਆ ਇਸ ਤਰ੍ਹਾਂ। ਦੂਜਾ 45 ਡਿਗਰੀ ਐਂਗਲ 'ਤੇ ਮਿਰਰ ਆਹ ਲਾਇਆ ਗਿਆ। ਇਹ ਮਿਰਰ ਦੀ ਸਰਫੇਸ ਇੱਕ ਦੂਜੇ ਨਾਲ ਪੈਰਲਲ ਆ। ਇਹ ਦੇਖੋ ਹੁਣ ਕੀ ਹੋਏਗਾ? ਜਦੋਂ ਵੀ ਕੋਈ ਲਾਈਟ ਆਏਗੀ ਇਸ ਟਰੀ 'ਤੇ ਫੋਲ ਕਰੇਗੀ, ਰਿਫਲੈਕਟ ਕਰ ਦੇਗੀ ਲਾਈਟ ਦੀ ਇੱਕ ਆਏਗੀ ਇੱਥੇ ਰਿਫਲੈਕਟ ਹੋਏਗੀ 45 ਤੋਂ, ਉਹ ਨੀਚੇ ਹੋ ਕੇ ਜਾਏਗੀ ਮਿਰਰ ਤੋਂ ਰਿਫਲੈਕਟ ਹੋਏਗੀ, ਫਿਰ ਸਾਡੀ ਆਈਸ ਪਏਗੀ ਅਤੇ ਸਾਨੂੰ ਟਰੀ ਦਿਖ ਜਾਏਗਾ। ਇਹ ਬੋਲਦੇ ਆ ਪੈਰੀਸਕੋਪ। ਆਪਾਂ ਯੂਜ਼ ਕਰਦੇ ਹਾਂ ਜਿਹੜੀਆਂ ਵੀ ਚੀਜ਼ਾਂ ਸਾਡੇ 'ਤੇ ਜਦੋਂ ਦੂਸਰੀ ਚੀਜ਼ ਦੇ ਵਿਚਕਾਰ ਕੋਈ ਚੀਜ਼ ਆ ਜਾਂਦੀ ਆ, ਆਬਜੈਕਟ ਆ ਜਾਂਦੀ ਆ, ਅਤੇ ਅਸੀਂ ਉਹਨੂੰ ਵੇਖਣ ਵਾਸਤੇ ਪੈਰੀਸਕੋਪ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਹੋਮਵਰਕ ਵਾਸਤੇ ਕੁਐਸਚਨ ਆ 2, ਰਾਈਟ ਯੂਜ਼ਸ ਆਫ ਪਲੇਨ ਮਿਰਰਸ। ਤੁਸੀਂ ਇਹ ਯੂਜ਼ ਜਿਹੜੇ ਤੁਹਾਨੂੰ ਦੱਸੇ ਆ ਇਹ ਵੀ ਲਿਖ ਸਕਦੇ ਹੋ, ਜਾਂ ਤੁਸੀਂ ਖੁਦ ਜਿਹੜੇ ਪਰਸਨਲ ਐਕਸਪੀਰੀਅੰਸ ਨਾਲ ਕੁਝ ਵੀ ਤੁਹਾਨੂੰ ਪਤਾ ਵਾ ਕਿੱਥੇ ਯੂਜ਼ ਕਰਦੇ ਹੋ ਤੁਸੀਂ, ਉਹ ਵੀ ਤੁਸੀਂ ਲਿਖੋ। ਅਤੇ ਸੈਕਿੰਡ ਕੁਐਸਚਨ, ਵਾਟ ਇਜ਼ ਰੈਗੂਲਰ ਐਂਡ ਡਿਫਿਊਜ਼ਡ ਰਿਫਲੈਕਸ਼ਨ। ਰੈਗੂਲਰ ਅਤੇ ਡਿਫਿਊਜ਼ਡ ਰਿਫਲੈਕਸ਼ਨ ਕੀ ਹੁੰਦੀਆਂ ਨੇ, ਇਹਦੀ ਡੈਫੀਨੇਸ਼ਨ ਤੁਸੀਂ ਦੱਸਣੀ ਆ। ਇਹ 2 ਕੁਐਸਚਨ ਸੀ ਅੱਜ ਅਸੀਂ 16th ਚੈਪਟਰ ਦੇ। ਇਹ 3 ਟੋਪਿਕ ਜਿਹੜੇ ਮੇਨ ਪੜ੍ਹੇ ਨੇ। ਇਹਦੇ ਵਿੱਚ ਪੈਰੀਸਕੋਪ ਇੰਪੋਰਟੈਂਟ ਸੀ, ਪਲੇਨ ਮਿਰਰਸ ਦੀ ਇਮੇਜ ਫਾਰਮਿੰਗ ਜਿਹੜੀ ਪ੍ਰੋਪਰਟੀਜ਼ ਉਹ ਆਪਾਂ ਧਿਆਨ 'ਚ ਰੱਖਣੀਆਂ। ਅਤੇ ਇਹ ਅੱਜ ਸਾਡਾ ਅੱਜ ਦਾ ਹੋਮਵਰਕ ਵੀ ਤੁਹਾਨੂੰ ਦਿੱਤਾ, ਤੁਸੀਂ ਕਰ ਸਕਦੇ ਹੋ। ਓਕੇ, ਥੈਂਕ ਯੂ।